ਕਿ ਇਹ ਬੀਜੇਪੀ ਬਿਲਕੁਲ ਖੁੱਭੀ ਪਈ ਸੀ ਬਾਦਲਾਂ ਦੇ ਨਾਲ ਇਹ ਮਾੜੇ ਕੰਮ ਕਰਨ ਦੇ ਲਈ, ਤੇ ਬੱਚਿਆਂ ਨੂੰ ਇਹ ਗੋਲੀਆਂ ਤੇ ਸਾਰਾ ਕੁਝ ਸਮੈਕ ਤੇ ਇਹ ਹੈਰੋਇਨ ਤੇ ਇਹ ਚਿੱਟਾ ਸਾਰਾ ਕੁਝ ਇਹ ਦੇ ਰਹੇ ਸੀ। ਫਿਰ ਜਦੋਂ ਇਹ ਸੰਵਿਧਾਨ ਦੇ ਉਲਟ ਗੱਲ ਕਰਦੇ ਹੈ, ਜੇ ਅਸੀਂ ਕਰ ਦਈਏ ਤਾਂ ਸਾਡਾ ਤਾਂ ਪਹਾੜ ਬਣਾ ਲੈਂਦੇ ਆ। ਤੇ ਫਿਰ ਕੇਜਰੀਵਾਲ ਸਾਹਿਬ ਦੱਸਣ ਸੰਵਿਧਾਨਕ ਤੌਰ ਦੇ ਉੱਤੇ ਕਿ ਤੁਹਾਨੂੰ ਪਾਣੀ ਕਿਵੇਂ ਮਿਲ ਸਕਦਾ ਹੈ, ਜਦੋਂ ਸੰਵਿਧਾਨ ਕਹਿੰਦਾ ਕਿ ਤੁਹਾਨੂੰ ਮਿਲ ਹੀ ਨਹੀਂ ਸਕਦਾ, ਤੁਹਾਨੂੰ ਜਮਨਾ ਦਾ ਮਿਲ ਸਕਦਾ, ਜਮਨਾ ਦਾ ਲੈ ਲਓ। ਇਹ ਕੋਈ ਛੋਟੀ ਗੱਲ ਥੋੜ੍ਹੀ ਹੈ ਕਿ ਇਹ ਸਿੱਖ ਆਪਣਾ ਜਿਹੜਾ ਇਹ ਮਜ਼ਹਬ ਹੈ, ਆਪਣੀ ਕੌਮ ਹੈ, ਉਹ ਤਾਂ ਸਾਡੇ ਵਿੱਚ ਉਬਾਲੇ ਮਾਰਦੀ ਹੈ। ਵੋਟ ਪਾਏ ਨਾ ਪਾਏ ਇਹ ਤਾਂ ਲੋਕਾਂ ਦੀ ਮਰਜ਼ੀ ਹੈ। ਸੋ ਮੇਰਾ ਮਤਲਬ ਸਿੱਖਾਂ ਦੇ ਨਾਲ ਇਸ ਤਰ੍ਹਾਂ ਨਾ ਕਰੋ। ਅਸੀਂ ਸਾਡੀ ਸਟੇਟ ਹੈ ਨਹੀਂ, ਅਸੀਂ ਸਟੇਟਲੈਸ ਹੈਗੇ ਹੈ, ਪਰ ਸਾਡੇ 'ਚ ਇੰਨਾ ਦਾਰੂ ਸਾਡੇ ਗੁਰੂਆਂ ਨੇ ਭਰ ਦਿੱਤਾ ਹੈ ਕਿ ਬੇਸ਼ੱਕ ਸਾਡੀ ਸਟੇਟ ਹੋਵੇ ਨਾ ਸਟੇਟ ਹੋਵੇ, ਅਸੀਂ ਬਿਲਕੁਲ ਜੰਮ ਕੇ ਆਪਣੇ ਆਪ ਨੂੰ ਸਿਊ ਜੈਨਰਸ ਸੋਵਰਨ ਪੀਪਲ, ਬਾਦਸ਼ਾਹੀ ਸਾਡੇ ਅੰਦਰ ਦੌਰਾ ਕਰਦੀ ਹੈ ਖੂਨ ਦਾ। ਹਕੂਮਤ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਜਾਂ ਤਾਂ ਹਕੂਮਤ ਜਿਹਦੀ ਡਿਊਟੀ ਹੈ, ਜਿਹਦੇ ਲਈ ਲੋਕਾਂ ਨੇ ਵੋਟਾਂ ਪਾ ਕੇ ਤੁਹਾਨੂੰ ਹੱਥ ਦੇ ਵਿੱਚ ਕਾਨੂੰਨ ਫੜਾਇਆ, ਜੇ ਤੁਸੀਂ ਇਹਨੂੰ ਲਾਗੂ ਨਹੀਂ ਕਰੋਗੇ ਤੇ ਸਿੱਖ ਕੌਮ ਫਿਰ ਆਪਣੇ ਆਪ ਐਕਸ਼ਨ ਲੈਣਾ ਸ਼ੁਰੂ ਕਰ ਦੂਗੀ। ਉਲਟ ਜੱਜਮੈਂਟ ਧਰਮ ਦੇ ਉੱਤੇ ਦੇਣ ਲੱਗ ਪੈਣ, ਫਿਰ ਮਾफ़ ਕਰਨਾ ਜਿਹੜਾ ਕੁਛ ਦਰਬਾਰ ਸਾਹਿਬ 'ਚ ਹੋਇਆ, ਕਪੂਰਥਲੇ 'ਚ ਹੋਇਆ, ਦਿੱਲੀ ਦੇ ਬਾਰਡਰ ਦੇ ਉੱਤੇ ਹੋਇਆ, ਜਿਹੜੇ ਬੇਅਦਬੀ ਕਰਦੇ ਹੈ, ਫਿਰ ਅੰਤ ਨੂੰ ਸਿੱਖਾਂ ਨੇ ਇਹ ਆਪਣੇ ਹੱਥ ਦੇ ਵਿੱਚ ਕਾਨੂੰਨ ਲੈ ਕੇ ਦਿੱਲੀ ਦੇ ਵਿੱਚ ਤਾਂ ਬੀਬੀਆਂ ਨੂੰ 1000 ਰੁਪਈਆ ਦਿੱਤਾ ਨਹੀਂ, ਤੇ ਨਾਲੇ ਕੇਜਰੀਵਾਲ ਸਾਹਿਬ ਨੇ ਕੋਈ ਵੀ ਆਪਣੀ ਕੈਬਨਿਟ ਦੇ ਵਿੱਚ ਸਿੱਖ ਵਜ਼ੀਰ ਨਹੀਂ ਬਣਾਇਆ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਸੁਖਵੀਰ ਸਿੰਘ, ਤੁਸੀਂ ਦੇਖ ਰਹੇ ਹੋ ਧਰਤ ਪੰਜਾਬ ਟੈਲੀਵਿਜ਼ਨ। ਦੋਸਤੋ, ਅੱਜ ਸਾਡੇ ਨਾਲ ਨੇ ਮੌਜੂਦ ਸਰਦਾਰ ਸਿਮਰਜੀਤ ਸਿੰਘ ਮਾਨ, ਜੋ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਨੇ। ਲਗਭਗ 3 ਦਹਾਕਿਆਂ ਤੋਂ ਉਹ ਸਿੱਖਾਂ ਦੀ ਆਜ਼ਾਦੀ ਦੀ ਗੱਲ ਕਰਦੇ ਆ, ਖਾਲਿਸਤਾਨ ਦੀ ਗੱਲ ਕਰਦੇ ਆ। ਅੱਜ ਉਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ ਪੰਜਾਬ ਦੇ ਮੌਜੂਦਾ ਹਾਲਾਤਾਂ ਬਾਰੇ ਤੇ ਆਉਂਦੀਆਂ ਵਿਧਾਨ ਸਭਾ ਚੋਣਾਂ ਬਾਰੇ। ਮਾਨ ਸਾਹਿਬ, ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਿਹਰਬਾਨੀ ਜੀ। ਜੀ ਮਾਨ ਸਾਹਿਬ, ਜਿਵੇਂ ਆਪਾਂ ਦੇਖਦੇ ਹਾਂ ਕਿ ਲਗਾਤਾਰ ਬੇਅਦਬੀਆਂ ਹੋ ਰਹੀਆਂ ਨੇ, ਪਿੱਛੇ ਜੇ ਅੰਮ੍ਰਿਤਸਰ ਵਿਖੇ ਹੋਈ, ਕਪੂਰਥਲਾ ਵਿਖੇ ਹੋਈ, ਕਿਵੇਂ ਦੇਖੋਗੇ, ਕੌਣ ਜ਼ਿੰਮੇਵਾਰ ਆ? ਇਹ ਜ਼ਿੰਮੇਵਾਰ ਬਾਦਲ ਦਲੀਏ ਵੀ ਹੈ ਜੀ ਤੇ ਕਾਂਗਰਸ ਪਾਰਟੀ ਵੀ ਹੈਗੀ ਹੈ। ਜੀ ਕਿਉਂ ਕਰਕੇ ਇਹਨਾਂ ਨੇ ਅਜੇ ਤੱਕ ਉਹਦੇ ਉੱਤੇ ਐਕਸ਼ਨ ਨਹੀਂ ਲਿਆ। ਜੀ ਤੇ ਬੀਜੇਪੀ ਦਾ ਅੱਜ ਬਿਆਨ ਹੈ ਕਿ ਜਿਹੜਾ ਮਜੀਠੀਏ ਦੇ ਉੱਤੇ ਕੇਸ ਚੱਲੇ ਹੈ, ਜੀ ਜੀ ਉਹ ਅਜੇ ਅਦਾਲਤ ਦੇ ਅਧੀਨ ਹੈ, ਇਸ ਕਰਕੇ ਅਸੀਂ ਉਹਨਾਂ ਦੇ ਉੱਤੇ ਕੋਈ ਟਿੱਪਣੀ ਨਹੀਂ ਕਰਾਂਗੇ। ਜੀ ਜੀ ਇਹ ਸਾਰੇ ਹੀ ਜੀ ਬਾਦਲ ਦੇ ਰਾਜ ਦੇ ਵਿੱਚ 10 ਸਾਲ ਇਹ ਬੀਜੇਪੀ, ਆਰਐਸਐਸ ਤੇ ਬਾਦਲ ਦਰੀਆ, ਇਹਨਾਂ ਨੇ ਇੰਨੀ ਸਮਗਲਿੰਗ ਕੀਤੀ ਹੈ ਹੈਰੋਇਨ ਦੀ ਤੇ ਦਵਾਈਆਂ ਦੀ ਤੇ ਗੋਲਡ ਦੀ, ਜੀ ਤੇ ਇਹਨਾਂ ਦੀਆਂ ਜਾਇਦਾਦਾਂ ਜੇ ਅੱਜ ਦੇਖੋ ਤੇ ਬੇਅੰਤ ਹੈਗੀਆਂ। ਜੀ ਜੀ ਤੇ ਜਿਹੜਾ ਪ੍ਰਧਾਨ ਸੀਗਾ ਇਹ ਬੀਜੇਪੀ ਦਾ ਮਿਸਟਰ ਸ਼ਰਮਾ, ਫਿਰੋਜ਼ਪੁਰ ਤੋਂ ਆਉਂਦਾ ਸੀਗਾ ਉਹ, ਜੀ ਜੀ ਤੇ ਉਹਦੇ ਪੀਏ ਤੋਂ ਫੜਿਆ ਗਿਆ ਸੀਗਾ ਇਹ ਸਾਰੀ ਸਮੱਗਰੀ ਪਾਕਿਸਤਾਨ ਤੋਂ ਆਉਂਦੀ ਡਰੱਗਸ ਦੀ, ਜੀ ਜੀ ਤੇ ਉਹਦੇ ਖਿਲਾਫ ਤਾਂ ਬਾਦਲਾਂ ਨੇ ਐਕਸ਼ਨ ਨਹੀਂ ਲਿਆ। ਪਰ ਜਿਹੜਾ ਐਸਐਸਪੀ ਸੀਗਾ ਮਾਨ ਸਾਹਿਬ ਫਿਰੋਜ਼ਪੁਰ ਦਾ, ਉਹਦਾ ਤਬਾਦਲਾ ਕਰਤਾ ਸੀ। ਇਹਦਾ ਮਤਲਬ ਕੀ ਹੈ ਕਿ ਇਹ ਬੀਜੇਪੀ ਬਿਲਕੁਲ ਖੁੱਭੀ ਪਈ ਸੀ ਬਾਦਲਾਂ ਦੇ ਨਾਲ ਇਹ ਮਾੜੇ ਕੰਮ ਕਰਨ ਦੇ ਲਈ, ਤੇ ਬੱਚਿਆਂ ਨੂੰ ਇਹ ਗੋਲੀਆਂ ਤੇ ਸਾਰਾ ਕੁਝ ਸਮੈਕ ਤੇ ਇਹ ਹੈਰੋਇਨ ਤੇ ਇਹ ਚਿੱਟਾ ਸਾਰਾ ਕੁਝ ਇਹ ਦੇ ਰਹੇ ਸੀਗੇ। ਜੀ ਜੀ ਚਾਹੇ ਉਹ ਆਮ ਆਦਮੀ ਪਾਰਟੀ ਹੋਵੇ, ਚਾਹੇ ਕਾਂਗਰਸ ਹੋਵੇ, ਚਾਹੇ ਅਕਾਲੀ ਦਲ ਬਾਦਲ ਹੋਵੇ, ਕਿਸੇ ਨੇ ਵੀ ਖੁੱਲ੍ਹ ਕੇ ਮਤਲਬ ਬੇਅਦਬੀ ਦੇ ਉੱਤੇ ਕੋਈ ਬਿਆਨ ਨਹੀਂ ਦਿੱਤਾ, ਕਰੜਾ ਬਿਆਨ ਨਹੀਂ ਦਿੱਤਾ ਜੀ। ਨਹੀਂ ਦਿੱਤਾ, ਕਿਉਂ ਕਰਕੇ ਇਹ ਇੱਕ ਸਿੱਖ ਮਜ਼ਹਬ ਦੇ ਖਿਲਾਫ ਹੈ, ਜੀ ਜੀ ਸਿੱਖੀ ਦੇ ਖਿਲਾਫ ਹੈਗੇ ਹੈ। ਜੀ ਤੇ ਅਜੇ ਤੱਕ ਜਿਹੜਾ ਬਾਦਲ ਹੈ ਤੇ ਜਿਹੜਾ ਸੁਖਬੀਰ ਹੈ ਤੇ ਸਮੇਤ ਸਿੰਘ ਸੈਣੀ ਹੈ ਤੇ ਸਰਸਾ ਸਾਧ ਰਾਮ ਰਹੀਮ ਹੈ, ਜੀ ਜੀ ਇਹ ਸਾਰੇ ਇਹਨਾਂ ਨੇ ਬੇਅਦਬੀਆਂ ਕਰਾਈਆਂ ਮਹਾਰਾਜ ਸੱਚੇ ਪਾਤਸ਼ਾਹ ਦੀਆਂ। ਜੀ ਜੀ ਤੇ ਜਿਹੜੇ ਹਾਈ ਕੋਰਟ ਦੇ ਜੱਜ ਹੈ, ਸ਼ਕਾਵਤ ਸਾਹਿਬ ਹੈ, ਸਾਗਵਾਨ ਸਾਹਿਬ ਹੈ, ਫਿਰ ਬਜਾਜ ਸਾਹਿਬ ਹੈ,
ਇਹਨਾਂ ਨੇ ਜਿਹੜੀ ਤਫਤੀਸ਼ ਪੁਲਿਸ ਦੀ ਹੋ ਰਹੀ ਸੀਗੀ ਮਜ਼ਹਬ ਦੀ ਦਖਲਅੰਦਾਜ਼ੀ ਤੇ ਬੇਅਦਬੀ ਦੇ ਵਿੱਚ, ਇਹਨਾਂ ਨੇ ਸਾਰੇ ਉਹ ਕੇਸ ਖਤਮ ਕਰਤੇ ਹੈ। ਜੀ ਜੀ ਇਹਨਾਂ ਨੇ ਕਿਹਾ ਕਿ ਨਵੀਂ ਸਰਕਾਰ ਜਦੋਂ ਆਊਗੀ ਅਗਲੇ ਸਾਲ 2022 ਦੇ ਵਿੱਚ, ਉਦੋਂ ਤੁਸੀਂ ਇਹ ਕੇਸ ਖੋਲ੍ਹ ਲਿਓ। ਜੀ ਇਹਨਾਂ ਨੂੰ ਵਿਸ਼ਵਾਸ ਹੈ ਕਿ ਇਹ ਹਾਈ ਕੋਰਟ ਪੱਖੀ ਸਰਕਾਰ ਆਊਗੀ, ਜੀ ਜਿਹੜਾ ਸਾਨੂੰ ਫਿਰ ਆਰਡਰ ਹੀ ਨਾ ਦੇਣਾ ਪਊਗਾ ਤੇ ਇਹ ਕੇਸ ਬਿਲਕੁਲ ਠੱਪ ਹੋ ਜਾਣਗੇ। ਜੀ ਹੁਣ ਜਦੋਂ ਇਹ ਸੈਕੂਲਰ ਧਰਮ ਨਿਰਪੱਖ ਮੁਲਕ ਹੈ ਇੰਡੀਆ, ਜੀ ਤੇ ਜੱਜ ਸਾਰੇ ਹਿੰਦੂਤਵਾ ਦੇ ਧਾਰਨੀ ਹੋ ਜਾਣ ਤੇ ਉਲਟ ਜੱਜਮੈਂਟ ਧਰਮ ਦੇ ਉੱਤੇ ਦੇਣ ਲੱਗ ਪੈਣ, ਫਿਰ ਮਾਫ ਕਰਨਾ ਜਿਹੜਾ ਕੁਛ ਦਰਬਾਰ ਸਾਹਿਬ 'ਚ ਹੋਇਆ, ਕਪੂਰਥਲੇ 'ਚ ਹੋਇਆ, ਦਿੱਲੀ ਦੇ ਬਾਰਡਰ ਦੇ ਉੱਤੇ ਹੋਇਆ, ਜਿਹੜੇ ਬੇਅਦਬੀ ਕਰਦੇ ਹੈ, ਫਿਰ ਅੰਤ ਨੂੰ ਸਿੱਖਾਂ ਨੇ ਇਹ ਆਪਣੇ ਹੱਥ ਦੇ ਵਿੱਚ ਕਾਨੂੰਨ ਲੈ ਕੇ ਉਹਦਾ ਟਾਲ-ਮਟੋਲ ਕੀਤਾ ਹੈ। ਤੇ ਇਹ ਹਕੂਮਤ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਜਾਂ ਤਾਂ ਹਕੂਮਤ ਜਿਹਦੀ ਡਿਊਟੀ ਹੈ, ਜਿਹਦੇ ਲਈ ਲੋਕਾਂ ਨੇ ਵੋਟਾਂ ਪਾ ਕੇ ਤੁਹਾਨੂੰ ਹੱਥ ਦੇ ਵਿੱਚ ਕਾਨੂੰਨ ਫੜਾਇਆ, ਜੇ ਤੁਸੀਂ ਇਹਨੂੰ ਲਾਗੂ ਨਹੀਂ ਕਰੋਗੇ ਤੇ ਸਿੱਖ ਕੌਮ ਫਿਰ ਆਪਣੇ ਆਪ ਐਕਸ਼ਨ ਲੈਣਾ ਸ਼ੁਰੂ ਕਰ ਦੂਗੀ। ਜਿਵੇਂ ਮੱਸਾ ਰੰਗੜ ਜਿਹਨੇ ਕਬਜ਼ਾ ਕੀਤਾ ਸੀਗਾ ਅਕਾਲ ਤਖਤ ਸਾਹਿਬ ਤੇ ਦਰਬਾਰ ਸਾਹਿਬ ਦੇ ਉੱਤੇ, ਬਾਬਾ ਸੁੱਖਾ ਸਿੰਘ ਤੇ ਮਹਤਾਬ ਸਿੰਘ ਨੇ ਉਹਦਾ ਸਿਰ ਲਾਹਤਾ ਸੀਗਾ ਤੇ ਆਪਣੇ ਬਰਛੇ ਤੇ ਟੰਗ ਕੇ ਰਾਜਸਥਾਨ ਨੂੰ ਲੈ ਗਏ ਸੀਗੇ। ਸੋ ਮੇਰਾ ਮਤਲਬ ਸਿੱਖਾਂ ਦੇ ਨਾਲ ਇਸ ਤਰ੍ਹਾਂ ਨਾ ਕਰੋ। ਅਸੀਂ, ਸਾਡੀ ਸਟੇਟ ਹੈ ਨਹੀਂ, ਅਸੀਂ ਸਟੇਟਲੈਸ ਹੈਗੇ ਹੈ, ਪਰ ਸਾਡੇ 'ਚ ਇੰਨਾ ਦਾਰੂ ਸਾਡੇ ਗੁਰੂਆਂ ਨੇ ਭਰ ਦਿੱਤਾ ਹੈ ਕਿ ਬੇਸ਼ੱਕ ਸਾਡੀ ਸਟੇਟ ਹੋਵੇ ਨਾ ਸਟੇਟ ਹੋਵੇ, ਅਸੀਂ ਬਿਲਕੁਲ ਜੰਮ ਕੇ ਆਪਣੇ ਆਪ ਨੂੰ ਸਿਊ ਜੈਨਰਸ ਸੋਵਰਨ ਪੀਪਲ, ਬਾਦਸ਼ਾਹੀ ਸਾਡੇ ਅੰਦਰ ਦੌਰਾ ਕਰਦੀ ਹੈ ਖੂਨ ਦਾ। ਜੀ ਜੇ ਆਪਾਂ ਐਸਜੀਪੀਸੀ ਦੀ ਗੱਲ ਕਰੀਏ, ਲਗਭਗ 10 ਸਾਲ ਤੋਂ ਉੱਤੇ ਹੋ ਗਏ, ਉਹਦੀਆਂ ਵੋਟਾਂ ਨਹੀਂ ਪਈਆਂ। ਕਿਵੇਂ ਦੇਖਦੇ ਹੋ ਕਿ ਕੌਣ ਜ਼ਿੰਮੇਵਾਰ ਹੈ ਜੀ ਇਸ ਚੀਜ਼ ਦਾ? ਇਹਦੇ ਲਈ ਬਾਦਲ ਦਲੀਏ ਜ਼ਿੰਮੇਵਾਰ ਹੈ, ਕਾਂਗਰਸ ਦੀ ਸਰਕਾਰ ਜ਼ਿੰਮੇਵਾਰ ਹੈ, ਤੇ ਸਭ ਤੋਂ ਜ਼ਿੰਮੇਵਾਰ ਬੀਜੇਪੀ ਆਰਐਸਐਸ ਦਿੱਲੀ ਦੇ ਵਿੱਚ ਹੈ, ਜਿਨ੍ਹਾਂ ਨੇ ਇਹ ਇਲੈਕਸ਼ਨ ਕਰਾਉਣੇ ਆ। ਹੁਣੇ ਪ੍ਰੈਜ਼ੀਡੈਂਟ ਬਾਈਡਨ ਨੇ ਜਮਹੂਰੀਅਤ ਪਸੰਦ ਮੁਲਕਾਂ ਦੀ ਤੇ ਜਮਹੂਰੀਅਤ ਦੀ ਮੀਟਿੰਗ ਕੀਤੀ ਹੈ, ਤੇ ਅਸੀਂ ਬਾਈਡਨ ਸਾਹਿਬ ਯੂਐਸ ਦੇ ਅਮਰੀਕਾ ਨੂੰ ਵੀ ਲਿਖਿਆ ਕਿ ਤੁਸੀਂ ਤਾਂ ਸਾਰੀ ਦੁਨੀਆ ਦੇ ਵਿੱਚ ਜਮਹੂਰੀਅਤ ਦੀ ਗੱਲ ਕਰਦੇ ਹੋ, ਪਰ ਇੱਥੇ 11 ਸਾਲ ਤੋਂ ਸਾਡੇ ਜਮਹੂਰੀਅਤ ਪਸੰਦ ਜਿਹੜੀ ਸਾਡੀ ਬੋਡੀ ਹੈਗੀ ਹੈ ਪਾਰਲੀਮੈਂਟ ਐਸਜੀਪੀਸੀ, ਉਹਦੇ ਇਲੈਕਸ਼ਨ ਨਹੀਂ ਹੋਏ, ਤੇ ਤੁਹਾਡਾ ਉਹਦੇ ਬਾਰੇ ਕੀ ਵਿਚਾਰ ਹੈ? ਜਿਹੜਾ ਅਮਰੀਕਾ ਦੀ ਟੌਪ ਇੱਕ ਸੰਸਥਾ ਹੈਗੀ ਹੈ ਜਿਹੜੀ ਰਿਲੀਜੀਅਸ ਫਰੀडम ਦੇ ਉੱਤੇ ਆਪਣੀ ਰਿਪੋਰਟ ਅਮਰੀਕਨ ਸਰਕਾਰ ਨੂੰ ਦਿੰਦੀ ਹੈ, ਉਹਨਾਂ ਨੂੰ ਵੀ ਅਸੀਂ ਦੱਸਿਆ। ਤੇ ਸਾਡੇ ਜਿਹੜੇ ਇਹ ਨੁਮਾਇੰਦੇ ਹੈ ਅਮਰੀਕਾ ਦੇ ਵਿੱਚ ਦਾ ਬੂਟਾ ਸਿੰਘ ਖੜੌਦ, ਉਹ ਸਿੱਧਾ ਇਹ ਸੈਨੇਟਰਸ ਤੇ ਕਾਂਗਰਸਮੈਨ ਦੇ ਨਾਲ ਗੱਲ ਕਰ ਰਹੇ ਹੈ ਕਿ ਸਾਡੇ ਕਿਉਂ ਅਜੇ ਤੱਕ ਸਾਡੇ ਇਲੈਕਸ਼ਨਸ ਕਿਉਂ ਨਹੀਂ ਹੋਏ। ਜੀ ਜਿਹੜੀ ਆਪਾਂ ਖਾਲਿਸਤਾਨ ਦੀ ਗੱਲ ਕਰਦੇ ਹਾਂ, ਵੱਖਰੇ ਮਤਲਬ ਖਿੱਤੇ ਦੀ ਗੱਲ ਕਰਦੇ ਹਾਂ, ਬਹੁਤ ਲੋਕ ਮਤਲਬ ਆਪਾਂ ਸੋਸ਼ਲ ਮੀਡੀਆ 'ਤੇ ਦੇਖਦੇ ਹਾਂ, ਤੁਹਾਨੂੰ ਫੋਲੋ ਵੀ ਕਰਦੇ ਆ, ਤੁਹਾਡੀ ਵਿਚਾਰਧਾਰਾ ਨਾਲ ਸਹਿਮਤ ਵੀ ਹੁੰਦੇ ਆ, ਪਰ ਵੋਟਾਂ ਦੇ ਵਿੱਚ ਉਹ ਵਿਚਾਰਧਾਰਾ ਕਨਵਰਟ ਕਿਉਂ ਨਹੀਂ ਹੁੰਦੀ? ਇਹ ਤੁਸੀਂ ਦੱਸੋ ਜੀ, ਤੁਸੀਂ ਬਹੁਤ ਤਕੜੇ ਜਰਨਲਿਸਟ ਹੋ, ਇਹ ਤਾਂ ਤੁਸੀਂ ਭਾਲ ਕੇ ਦੱਸੋ ਨਾ। ਅਸੀਂ ਤਾਂ ਆਪਣਾ ਕੰਮ ਕਰੀ ਜਾਂਦੇ ਹੈ, ਤੇ ਜੇ ਸਾਨੂੰ ਫਤਿਹ ਨਹੀਂ ਮਿਲਦੀ, ਅਸੀਂ ਨਾ ਕਾਂਗਰਸ 'ਚ ਜਾਂਦੇ ਹਾਂ, ਨਾ ਆਮ ਪਾਰਟੀ 'ਚ ਜਾਂਦੇ ਹਾਂ, ਨਾ ਅਸੀਂ ਬੀਜੇਪੀ ਜਾਂਦੇ ਹਾਂ, ਨਾ ਬਾਦਲ ਦਲੀਆਂ 'ਚ ਜਾਂਦੇ ਹੈ, ਤੇ ਦ੍ਰਿੜਤਾ ਦੇ ਨਾਲ ਅੱਜ ਮੋਰਚਾ ਚਲਾ ਰਹੇ ਹਾਂ ਬਰਗਾੜੀ ਦਾ, ਜਿੱਥੇ ਮਹਾਰਾਜ ਦੀ ਬੇਅਦਬੀ ਹੋ ਗਈ ਹੈ। ਅੱਜ 172 ਦਿਨ ਹੋ ਗਿਆ ਸਾਨੂੰ ਉੱਥੇ ਬੈਠਿਆਂ ਨੂੰ, ਤੇ ਇਹ ਕੋਈ ਛੋਟੀ ਗੱਲ ਥੋੜ੍ਹੀ ਹੈ ਕਿ ਇਹ ਸਿੱਖ ਆਪਣਾ ਜਿਹੜਾ ਇਹ ਮਜ਼ਹਬ ਹੈ, ਆਪਣੀ ਕੌਮ ਹੈ, ਉਹ ਤਾਂ ਸਾਡੇ ਵਿੱਚ ਉਬਾਲੇ ਮਾਰਦੀ ਹੈ। ਵੋਟ ਪਾਏ ਨਾ ਪਾਏ, ਇਹ ਤਾਂ ਲੋਕਾਂ ਦੀ ਮਰਜ਼ੀ ਹੈ। ਹੁਣ ਜਿਹੜੀਆਂ AVM ਮਸ਼ੀਨਾਂ, ਇਹ ਤਾਂ ਪਹਿਲਾਂ ਹੀ ਸੈੱਟ ਹੋ ਜਾਂਦੀਆਂ, ਤੇ ਇਹ ਤਾਂ ਇਲੈਕਸ਼ਨ ਕਮਿਸ਼ਨ ਨੂੰ ਪੁੱਛੋ। ਨਾਲੇ ਤੁਸੀਂ ਜਰਨਲਿਸਟ ਹੋ, ਤੇ ਜਿਹੜੇ ਅਮਰੀਕਾ ਦੇ ਵੱਡੇ ਜਰਨਲਿਸਟ ਹੁੰਦੇ ਆ, ਜਿਹੜੀ ਤਫਤੀਸ਼ੀ ਜਰਨਲਿਜ਼ਮ ਹੈ, ਉਹਨਾਂ ਨੂੰ ਤਾਂ ਬਹੁਤ ਵੱਡੇ ਇਹ ਤਖਮੇ ਮਿਲਦੇ ਹੈਗੇ। ਤੁਸੀਂ ਥੋੜ੍ਹੇ ਜਰਨਲਿਸਟ ਵੀ ਕੋਸ਼ਿਸ਼ ਕਰੋ ਕਿ ਕੀ ਗੱਲ ਹੈ। ਜੇ ਅਸੀਂ ਮਾੜੇ ਹਾਂ ਤਾਂ ਕਹੋ ਇਹ ਮਾੜੇ ਨੇ ਇਹ। ਜਿਵੇਂ ਜੀ ਕੇਜਰੀਵਾਲ ਆਏ ਦਿਨ ਪੰਜਾਬ ਦੇ ਵਿੱਚ ਨਵੀਆਂ ਗਰੰਟੀਆਂ ਲੈ ਕੇ ਆਉਂਦੇ ਨੇ, ਅਸੀਂ ਆਹ ਫਰੀ ਕਰ ਦਾਂਗੇ, ਮਹਿਲਾਵਾਂ ਨੂੰ 1000 ਰੁਪਏ ਭੱਤਾ ਦੇਵਾਂਗੇ,
ਕੀ ਉਹ ਤੁਹਾਨੂੰ ਲੱਗਦਾ ਕਿ ਜਿਹੜਾ ਦਿੱਲੀ ਮਾਡਲ ਉਹ ਪੰਜਾਬ ਦੇ ਵਿੱਚ ਕਿਸੇ ਤਰੀਕੇ ਨਾਲ ਇੰਪਲੀਮੈਂਟ ਕੀਤਾ ਜਾ ਸਕਦਾ ਜੀ? ਦਿੱਲੀ ਦੇ ਵਿੱਚ ਤਾਂ ਬੀਬੀਆਂ ਨੂੰ 1000 ਰੁਪਈਆ ਦਿੱਤਾ ਨਹੀਂ, ਤੇ ਨਾਲੇ ਕੇਜਰੀਵਾਲ ਸਾਹਿਬ ਨੇ ਕੋਈ ਵੀ ਆਪਣੀ ਕੈਬਨਿਟ ਦੇ ਵਿੱਚ ਸਿੱਖ ਵਜ਼ੀਰ ਨਹੀਂ ਬਣਾਇਆ। ਤੇ ਜਿਹੜਾ 1984 ਦੇ ਵਿੱਚ ਕਤਲੇਆਮ ਹੋਇਆ ਸੀ, ਰਾਜੀਵ ਗਾਂਧੀ ਨੇ ਕਰਾਇਆ ਸੀ, ਉਹਦੇ ਬਾਰੇ ਕੋਈ ਕਮਿਸ਼ਨ ਨਹੀਂ ਕਾਇਮ ਕੀਤਾ, ਤੇ ਨਾ ਹੀ ਆਪਣੀ ਅਸੈਂਬਲੀ ਦੇ ਵਿੱਚ ਮਤਾ ਪਾਸ ਕੀਤਾ। ਇਹ ਵੱਡਾ ਭਾਰੀ ਜ਼ੁਲਮ ਹੋਇਆ। ਤੇ ਉਹ ਕਹਿੰਦੇ ਆ ਕਿ ਪਾਣੀ ਅਸੀਂ ਦਿੱਲੀ ਤੇ ਦੂਜੇ ਪਾਸਿਆਂ ਨੂੰ ਪੰਜਾਬ ਦਾ ਦੇਣਾ ਹੈ, ਜਦ ਕਿ ਰਿਪੇਰੀਅਨ ਕਾਨੂੰਨ ਜਿਹੜਾ ਇੰਟਰਨੈਸ਼ਨਲ ਆ ਉਹ ਕਹਿੰਦਾ ਕਿ ਪਾਣੀ ਉਹ ਸੂਬੇ ਦੀ ਜਾਇਦਾਦ ਹੈ ਜਿਹਦੇ ਵਿੱਚੋਂ ਨਦੀ ਨਿਕਲਦੀ ਹੈ। ਇਹੀ ਸੰਵਿਧਾਨ ਕਹਿੰਦਾ ਹੈ। ਫਿਰ ਜਦੋਂ ਇਹ ਸੰਵਿਧਾਨ ਦੇ ਉਲਟ ਗੱਲ ਕਰਦੇ ਆ, ਜੇ ਅਸੀਂ ਕਰ ਦਈਏ ਤਾਂ ਸਾਡਾ ਤਾਂ ਪਹਾੜ ਬਣਾ ਲੈਂਦੇ ਆ। ਤੇ ਫਿਰ ਕੇਜਰੀਵਾਲ ਸਾਹਿਬ ਦੱਸਣ ਸੰਵਿਧਾਨਕ ਤੌਰ ਦੇ ਉੱਤੇ ਕਿ ਤੁਹਾਨੂੰ ਪਾਣੀ ਕਿਵੇਂ ਮਿਲ ਸਕਦਾ ਹੈ, ਜਦੋਂ ਸੰਵਿਧਾਨ ਕਹਿੰਦਾ ਕਿ ਤੁਹਾਨੂੰ ਮਿਲ ਹੀ ਨਹੀਂ ਸਕਦਾ, ਤੁਹਾਨੂੰ ਜਮਨਾ ਦਾ ਮਿਲ ਸਕਦਾ, ਜਮਨਾ ਦਾ ਲੈ ਲਓ। ਉੱਥੇ ਇਹਦੇ ਵੱਡੇ ਬਾਪ ਬੈਠੇ ਆ, ਉਹ ਕਹਿੰਦੇ ਆ ਕਿ ਤੂੰ ਆ ਤਾਂ ਸਹੀ, ਤੈਨੂੰ ਦੇਵਾਂਗੇ ਇਹ। ਜੇ ਆਪਾਂ ਆਉਣ ਵਾਲੀਆਂ ਵਿਧਾਨ ਸਭਾ ਦੀ ਗੱਲ ਕਰੀਏ ਤਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਕਿਸ ਮੇਨ ਮੁੱਦੇ ਤੇ ਮਤਲਬ ਚੋਣ ਲੜੂਗੀ ਕਿ ਲੋਕਾਂ ਤੱਕ ਪਹੁੰਚਾਇਆ ਜਾ? ਮੇਨ ਮੁੱਦਾ ਕੀ ਹੋਵੇਗਾ ਜੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ? ਮੇਨ ਮੁੱਦਾ ਕਿ ਪੜ੍ਹਾਈ ਲਿਖਾਈ ਕੰਪਲਸਰੀ ਹੋਊਗੀ। ਸਿਹਤ, ਜਦੋਂ ਬੱਚਾ ਮਾਂ ਦੇ ਪੇਟ ਦੇ ਵਿੱਚ ਪੈਦਾ ਹੁੰਦਾ ਹੈ, ਉਦੋਂ ਤੋਂ ਲੱਗ ਕੇ ਜਦੋਂ ਤੱਕ ਉਹ ਮਰਦਾ ਨਹੀਂ, ਉਨਾ ਚਿਰ ਜਿਹੜੀ ਸਟੇਟ ਹੈ ਉਹ ਉਹਦੀ ਸਿਹਤ ਦੇ ਲਈ, ਉਹਦੀ ਪੜ੍ਹਾਈ ਦੇ ਲਈ ਜ਼ਿੰਮੇਵਾਰ ਹੋਊਗੀ। ਫਰੋਮ ਦ ਵੂਮ ਟੂ ਦ ਡੈਥ, ਗਰਭ ਤੋਂ ਮਰਨ ਤੱਕ ਸਟੇਟ ਉਹਦੀ ਰਿਸਪੌਂਸਿਬਿਲਿਟੀ ਅਕਾਲੀ ਦਲ ਅੰਮ੍ਰਿਤਸਰ ਲਊਗਾ। ਹਾਂ, ਔਰ ਇਦੋਂ ਜ਼ਿਆਦਾ ਤਾਂ ਕੁਝ ਹੋ ਹੀ ਨਹੀਂ ਸਕਦਾ। ਜਦੋਂ ਗਰਭ ਤੋਂ ਮਰਨ ਤੱਕ ਇਹ ਬੰਦਾ ਸਰਕਾਰ ਦੀ ਦੇਖ ਰੇਖ ਦੇ ਵਿੱਚ ਸਿਹਤ ਵੱਲੋਂ, ਐਜੂਕੇਸ਼ਨ ਵੱਲੋਂ, ਪੜ੍ਹਾਈ ਵੱਲੋਂ, ਨੌਕਰੀ ਵੱਲੋਂ ਆ ਜੇ, ਫਿਰ ਇਦੋਂ ਵੱਡਾ ਤਾਂ ਤੁਸੀਂ ਦੱਸ ਦਿਓ ਆਮ ਪਾਰਟੀ ਤਾਂ ਬਾਦਲ ਦੇ ਲਈ ਕੀ ਦੇਣਗੇ, ਜਾਂ ਕਾਂਗਰਸ ਦੇ ਦੂਗੀ ਜਾਂ ਬੀਜੇਪੀ ਦੇ ਦੂਗੀ। ਜੀ ਮਾਨ ਸਾਹਿਬ, ਆਖਰੀ ਸਵਾਲ, ਤੁਸੀਂ ਪਿਛਲੇ ਵਿਧਾਨ ਸਭਾ ਚੋਣਾਂ ਦੇ ਵਿੱਚ ਬਰਨਾਲਾ ਸੀਟ ਤੋਂ ਇਲੈਕਸ਼ਨ ਲੜੀ, ਇਸ ਵਾਰ ਤੁਸੀਂ ਆਪਣਾ ਪੱਤਾ ਨਹੀਂ ਖੋਲ੍ਹਿਆ, ਕਿੱਥੋਂ ਇਲੈਕਸ਼ਨ ਲੜਨ ਜਾ ਰਹੇ ਹੋ ਇਸ ਵਾਰ, ਦੱਸ ਸਕਦੇ ਹੋ? ਤੁਸੀਂ ਜਰਨਲਿਸਟ ਖੋਲੋਗੇ, ਜੇ ਤੁਸੀਂ ਕਹੋਗੇ ਮੈਂ ਆ ਜਾਊਂਗਾ, ਉਹਦੇ 'ਚ ਕੀ ਗੱਲ ਹੈ। ਠੀਕ ਹੈ ਜੀ। ਸੋ ਬਹੁਤ ਬਹੁਤ ਧੰਨਵਾਦ ਮਾਨ ਸਾਹਿਬ ਦਾ, ਜਿਨ੍ਹਾਂ ਨੇ ਸਾਡੇ ਨਾਲ ਬੜੇ ਵਿਵਾਕ ਵਿਚਾਰ ਸਾਂਝੇ ਕੀਤੇ। ਸੋ ਮੈਂ ਸੁਖਵੀਰ ਸਿੰਘ, ਤੁਸੀਂ ਦੇਖਦੇ ਰਹੋ ਧਰਤ ਪੰਜਾਬ ਟੈਲੀਵਿਜ਼ਨ। ਧੰਨਵਾਦ।